ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦ ਨਾਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਭਾਈ ਜੀਵ ਨੂੰ ਸੰਸਾਰ ਦੇ ਵਿੱਚ ਭੇਜਿਆ ਇਸ ਵਾਅਦੇ ਕਰਕੇ ਕਿ ਸੰਸਾਰ ਦੇ ਵਿੱਚ ਜਾ ਕੇ ਤੇ ਨਾਮ ਜਪੇਗਾ ਤੇ ਜਪਾਏਗਾ, ਸੇਵਾ ਕਰੇਗਾ, ਪਰਉਪਕਾਰ ਕਰੇਗਾ, ਪਰਮਾਤਮਾ ਦੀ ਪ੍ਰਾਪਤੀ ਕਰੇਗਾ। ਪਰ ਜੀਵ ਸੰਸਾਰ ਦੇ ਵਿੱਚ ਆਣ ਕੇ ਭੁੱਲ ਜਾਂਦਾ, ਭੁੱਲ ਗਿਓ ਅਗਿਆਨ ਤੇ ਆਪਣਾ ਆਤਮ ਰੂਪ। ਜੋ ਪਿੱਛੇ ਵਾਅਦਾ ਕੀਤਾ ਸੀ ਉਹ ਭੁੱਲ ਗਿਆ। ਉਸ ਵਾਅਦੇ ਨੂੰ ਚੇਤੇ ਕਰਾਉਣ ਵਾਸਤੇ ਫਿਰ ਮਹਾਰਾਜ ਬਾਣੀ ਰਚਦੇ। ਇਸ ਬਾਣੀ ਦੇ ਵਿੱਚ ਫਿਰ ਮਹਾਰਾਜ ਜੀਵ ਨੂੰ ਚੇਤੇ ਕਰਾਉਂਦੇ ਨੇ ਕਿ ਭਾਈ ਤੂੰ ਕੀ ਵਾਅਦਾ ਕਰਕੇ ਆਇਆ ਸੀ। ਤੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਤੋ ਸਾਧ ਸੰਗਤ, ਮਹਾਰਾਜ ਮਨ ਨੂੰ ਲਾਲਚ ਦੇ ਕੇ ਤੇ ਉਦਮ ਕਰਨ ਦੀ ਬੇਨਤੀ ਸਿਖਾਉਂਦੇ ਕਿ ਭਾਈ ਵਾਹਿਗੁਰੂ ਪਰਮਾਤਮਾ ਦੇ ਵਿੱਚ ਹੀ ਸੁਖ ਸ਼ਾਂਤੀ ਆ, ਮਾਇਆ ਦੇ ਵਿੱਚ ਸੁਖ ਸ਼ਾਂਤੀ ਨਹੀਂ। ਤੋ ਪਰਮੇਸ਼ਰ ਪਰਮਾਤਮਾ ਤੋਂ ਨਿਰਾਸ਼ ਨਾ ਹੋ। ਜਿਸ ਤਰ੍ਹਾਂ ਖੂਹ ਦਾ ਡੱਡੂ ਖੂਹ ਦੀ ਹੀ ਦੁਨੀਆ ਸਮਝਦਾ ਕਿ ਬਾਹਰ ਕੁਝ ਵੀ ਨਹੀਂ ਹੈਗਾ, ਉਹਨੂੰ ਕੀ ਪਤਾ ਕਿ ਬਾਹਰ ਬਹੁਤ ਵਿਸ਼ਾਲਤਾ। ਇਸੇ ਤਰ੍ਹਾਂ ਹੀ ਜਿਹੜਾ ਜੀਵ ਆ ਇਹ ਵੀ ਭਾਈ ਜਿੱਥੋਂ ਤੱਕ ਇਹਦੀ ਕਲਪਨਾ ਉਹ ਇਹਨੂੰ ਸੰਸਾਰ ਲੱਗਦਾ, ਬਾਕੀ ਦਾ ਜੋ ਵੀ ਸੰਸਾਰ ਹੈ ਬ੍ਰਹਿਮੰਡ ਆ ਇਹਦੇ ਬਾਰੇ ਇਹਨੂੰ ਕੋਈ ਪਤਾ ਨਹੀਂ। ਤੋ ਇਹੋ ਹੀ ਮਹਾਰਾਜ ਸਮਝਾਉਂਦੇ ਨੇ ਕਿ ਭਾਈ ਸੁੰਦਰ ਸੰਸਾਰ ਆ, ਇਹ ਸਾਰਾ ਜੋ ਵੀ ਤੂੰ ਦੇਖ ਰਿਹਾ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਤੋ ਇਸੇ ਕਰਕੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਬਾਣੀ ਦੇ ਰੂਪ ਦੇ ਵਿੱਚ ਉਪਦੇਸ਼ ਦਿੰਦੇ ਨੇ ਕਿ ਆਮ ਜੀਵ ਕਹਿ ਦਿੰਦਾ ਨਾ ਕਿ ਇੱਥੇ ਕੁਝ ਵੀ ਨਹੀਂ ਹੈਗਾ, ਜਿਵੇਂ ਬਿਲਕੁਲ ਸਾਰਾ ਕੁਝ ਹੀ ਖਤਮ ਹੋ ਗਿਆ। ਭਾਈ ਇਹ ਭਰਮ ਆ, ਇਹ ਭਰਮ ਆ। ਬਾਹਰਲੀ ਦੁਨੀਆ ਆਣ ਕੇ ਇੱਥੋਂ ਮਾਲੋ ਮਾਲਾ ਹੋ ਗਈ ਤੇ ਇੱਥੋਂ ਦੇ ਜਿਹੜੇ ਲੋਕ ਨੇ ਉਹ ਇਹ ਭਰਮ ਦੇ ਵਿੱਚ ਨੇ ਕਿ ਇੱਥੇ ਕੁਝ ਨਹੀਂ ਹੈਗਾ। ਭਾਈ ਇੱਥੇ ਸਭ ਕੁਝ ਹੈ। ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ।
ਇਹ ਧਰਤੀ ਗੁਰੂਆਂ ਦੀ ਆ, ਇਹ ਗੁਰੂਆਂ ਦਾ ਘਰ ਆ, ਤੇ ਘਰ ਦੇ ਵਿੱਚ, ਗੁਰੂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਹੋ ਸਕਦੀ। ਹਾਂ ਇਹ ਹੈਗਾ ਕਿ ਕਿਤੇ ਜਾਣ ਦਾ ਅਣਜਲ ਆ ਤੇ ਦਾਣਾ ਪਾਣੀ ਉੱਥੋਂ ਦਾ ਲਿਖਿਆ ਹੋਇਆ, ਇਹ ਕਹਿ ਸਕਦੇ ਆ ਕਿ ਜਿੱਥੋਂ ਦਾ ਦਾਣਾ ਪਾਈ, ਜਹਾਂ ਜਹਾਂ ਦਾਣਾ ਤਹਾਂ ਤਹਾਂ ਜਾਣਾ, ਜਿੱਥੇ ਦਾਣਾ ਪਾਣੀ ਉੱਥੇ ਜਾਣਾ। ਪਰ ਇਹ ਨਹੀਂ ਕਹਿ ਸਕਦੇ ਕਿ ਇੱਥੇ ਕੁਝ ਨਹੀਂ ਹੈ, ਇੱਥੇ ਯੋਗਤਾ ਚਾਹੀਦੀ ਹੈ। ਤੋ ਇਹੋ ਹੀ ਮਹਾਰਾਜ ਪਰਮੇਸ਼ਰ ਪਰਮਾਤਮਾ ਸਮਝਾਉਂਦੇ ਨੇ ਕਿ ਭਾਈ ਕੋਈ ਘਰੋਂ ਰੋਟੀ ਖਾ ਕੇ ਮੱਤ ਨਹੀਂ ਦਿੰਦਾ। ਤੋ ਜਿਸ ਤਰ੍ਹਾਂ ਅੱਖਾਂ ਖਰਾਬ ਹੋ ਜਾਂਦੀਆਂ ਤੇ ਫਿਰ ਅੱਖਰ ਨਹੀਂ ਦਿਸਦੇ, ਤੇ ਡਾਕਟਰ ਫਿਰ ਅੱਖਾਂ ਚੈੱਕ ਕਰਕੇ ਤੇ ਐਨਕਾਂ ਲਾਉਂਦਾ, ਤੇ ਐਨਕਾਂ ਜਿਹੜੀਆਂ ਉਹ ਕੀ ਕਰਦੀਆਂ, ਉਹਨਾਂ ਅੱਖਰਾਂ ਨੂੰ ਵੱਡਾ ਕਰਕੇ ਦਿਖਾਉਂਦੀਆਂ, ਉਹਨਾਂ ਅੱਖਰਾਂ ਨੂੰ ਵੱਡਾ ਕਰਕੇ ਦਿਖਾਉਂਦੀਆਂ, ਤੇ ਉਹੋ ਹੀ ਅੱਖਰ ਜਿਹੜੇ ਹੈਗੇ ਉਹ ਵੱਡੇ ਹੋ ਕੇ ਦਿਸਣ ਲੱਗ ਜਾਂਦੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਸਰਬ ਕਾਠ ਮੇਂ ਬੇਸੰਤਰ ਸਰਬ ਦੂਧ ਮੇਂ ਕੀਆ, ਕਿ ਸੰਸਾਰ ਦੀਆਂ ਜਿੰਨੀਆਂ ਵੀ ਲੱਕੜੀਆਂ ਉਹਨਾਂ ਦੇ ਵਿੱਚ ਅਗਨੀ ਆ, ਤੇ ਜਿੰਨੇ ਵੀ ਦੁੱਧ ਵਾ ਉਹਨਾਂ ਵਿੱਚ ਘਿਓ ਆ। ਹੁਣ ਲੱਕੜੀ ਨੂੰ ਪੈਦਾ ਕਰਨਾ ਤੇ ਤਾਂ ਵੀ ਮੰਥਨ ਚਾਹੀਦਾ, ਤੇ ਜੇਕਰ ਘਿਓ ਪੈਦਾ ਕਰਨ ਤੇ ਤਾਂ ਵੀ ਮੰਥਨ ਚਾਹੀਦਾ। ਲੱਕੜੀ ਦੇ ਵਿੱਚ ਅਗਨ ਆ, ਤੇ ਮਾਚਿਸ ਦੀ ਤੀਲੀ ਬਹੁਤ ਛੋਟੀ ਹੁੰਦੀ ਹੈ। ਉਹ ਮਾਚਿਸ ਦੀ ਤੀਲੀ ਜਦੋਂ ਚੰਗਿਆੜਾ ਕੱਢਦੀ ਆ ਤੇ ਭਾਈ ਲੱਕੜਾਂ ਨੂੰ ਅੱਗ ਲੱਗਦੀ, ਘਾਹ ਨੂੰ ਅੱਗ ਲੱਗਦੀ ਆ, ਲੰਗਰ ਪ੍ਰਸ਼ਾਦ ਬਣਦਾ, ਸੰਗਤ ਛਕਦੀ ਆ। ਤੇ ਜੇ ਕੋਈ ਕਹੇ ਕਿ ਮੈਂ ਤੀਲੀ ਦੇ ਨਾਲ ਹੀ ਲੰਗਰ ਬਣਾ ਲੈਣਾ ਵਾ, ਤੇ ਤੀਲੀ ਦੇ ਨਾਲ ਲੰਗਰ ਨਹੀਂ ਬਣਦਾ। ਪਰ ਤੀਲੀ ਤੋਂ ਬਗੈਰ ਅੱਗ ਵੀ ਨਹੀਂ ਬਲਦੀ। ਇਸ ਕਰਕੇ ਇਹ ਜਿਹੜੀ ਗੁਰਬਾਣੀ ਆ, ਸ਼ਬਦ ਭਾਵੇਂ ਛੋਟਾ ਜਿਹਾ ਸ਼ਬਦ ਹੁੰਦਾ, ਪਰ ਇਹ ਛੋਟਾ ਸ਼ਬਦ ਜਿਹੜਾ ਇਹ ਤੀਲੀ ਵਾਂਗੂ ਆ। ਇਹ ਭਾਈ ਜਦੋਂ ਪੜ੍ਹਨੀ ਆ, ਸ਼ਰਵਣ ਕਰਨੀ ਆ, ਮੰਨਣ ਕਰਨੀ ਆ, ਨਿਧਿਆਸਣ ਕਰਨੀ ਆ, ਤੇ ਫਿਰ ਇਹ ਅੰਦਰ ਦਿਵਿਆ ਅਗਨੀ ਪੈਦਾ ਕਰਦੀ ਹੈ। ਉਹ ਦਿਵਿਆ ਅਗਨੀ ਜਿਹੜੀ ਹੈਗੀ ਹੈ ਉਹ ਵਿਰਾਟ ਸਰੂਪ ਨੂੰ ਪੈਦਾ ਕਰਦੀ ਹੈ, ਤੇ ਸਾਰਾ ਅਗਿਆਨ ਨਾਸ਼ ਕਰ ਦਿੰਦੀ ਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਜਿਹੜਾ ਅਗਿਆਨ ਆ ਉਹ ਖਤਮ ਹੋ ਜਾਂਦਾ, ਤੇ ਸੱਚ ਦਾ ਪ੍ਰਕਾਸ਼ ਹੋ ਜਾਂਦਾ, ਸੱਚ ਦਾ ਭੋਜਨ ਪ੍ਰਕਾਸ਼ ਹੋ ਜਾਂਦਾ। ਤੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੀ ਤੀਲੀ ਆ ਉਹਦਾ ਕੰਮ ਚੰਗਿਆੜੀ ਪੈਦਾ ਕਰਨਾ। ਅੱਗੇ ਲੱਕੜਾਂ ਦੀ ਅੱਗ ਨੇ ਸਾਰਾ ਕੁਝ ਲੰਗਰ ਪਾਣੀ ਬਣਾਉਣਾ। ਇਸੇ ਤਰ੍ਹਾਂ ਹੀ ਗੁਰਬਾਣੀ ਆ, ਗੁਰਬਾਣੀ ਦਾ ਕੰਮ ਵੀ ਅੰਦਰ ਚਿਣਕ ਲਾਉਣਾ, ਅੰਦਰ ਉਸ ਦਿਵਿਆ ਸ਼ਕਤੀ ਨੂੰ ਪ੍ਰਗਟ ਕਰਨਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਪਰਮਾਤਮਾ ਦੇ ਘਰ ਦੇ ਵਿੱਚ ਸਭ ਕੁਝ ਆ, ਸਭ ਸੁੱਖ, ਪਰ ਜੇ ਤੇਰੀ ਨੀਅਤ ਨਹੀਂ ਹੈਗੀ ਤੇ ਫਿਰ ਤੇਰੇ ਵਾਸਤੇ ਕੁਝ ਵੀ ਨਹੀਂ ਹੈਗਾ। ਜਿਨ੍ਹਾਂ ਨੇ ਪੜ੍ਹਾਈ ਕੀਤੀ ਆ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂਦੇ ਨੇ, ਕੰਟੀਨ ਦੇ ਵਿੱਚ ਖਾ ਪੀ ਕੇ ਘਰ ਆ ਜਾਂਦੇ ਨੇ। ਜੇਕਰ ਕੰਪਲੀਟ ਕੋਰਸ ਤੱਕ ਨਾ ਕੀਤਾ ਜਾਵੇ ਤੇ ਫਿਰ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਇਹੋ ਹੀ ਪੜ੍ਹਾਈ ਜਦੋਂ ਕੰਪਲੀਟ ਕੋਰਸ ਕਰਕੇ ਸਿਰ ਤੇ ਪਹੁੰਚਦੀ ਆ, ਤੇ ਇਹ ਭਾਈ ਬਹੁਤ ਵੱਡੀ ਕੁਰਸੀ ਦਿੰਦੀ ਹੈ, ਬਹੁਤ ਵੱਡਾ ਸੁੱਖ ਦਿੰਦੀ ਹੈ। ਵਿਦਿਆ ਵਿਚਾਰੀ ਦਾ ਪਰਉਪਕਾਰੀ। ਤੋ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਚਰਨ ਸਰਣ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਿਹੜਾ ਵਾਹਿਗੁਰੂ ਪ੍ਰਮਾਤਮਾ ਵਾਲੇ ਪਾਸੇ ਨੂੰ ਜਿਹੜੀ ਚਿਣਕ ਹੁੰਦੀ ਆ, ਚੰਗਿਆੜੀ, ਉਹ ਕਹਿੰਦੇ, ਗੁਰੂ ਸਾਹਿਬ ਕਹਿੰਦੇ ਕਿ ਮੈਂ ਲੱਖਾਂ ਕਦਮ ਤੇਰੇ ਵੱਲ ਨੂੰ ਆਊਂਗਾ, ਪਰ ਕਦੋਂ? ਜੇਕਰ ਤੂੰ ਇੱਕ ਕਦਮ ਤੁਰੇਂਗਾ। ਇੱਕ ਕਦਮ ਤੁਰੇਂਗਾ
ਤੇ ਮੈਂ ਲੱਖਾਂ ਕਦਮ ਆਊਂਗਾ। ਇੱਕ ਭਾਵਨਾ ਕਰੇਗਾ, ਪਵਿੱਤਰ ਭਾਵਨਾ ਕਰੇਗਾ, ਤੇ ਭਾਈ ਪਵਿੱਤਰ ਭਾਵਨਾ ਦੇ ਨਾਲ ਗੁਰਬਾਣੀ ਦਾ ਅੰਦਰ ਪ੍ਰਕਾਸ਼ ਹੁੰਦਾ। ਜੇਕਰ ਗੁਰਬਾਣੀ ਪੜ੍ਹਦਿਆਂ, ਨਾਮ ਜਪਦਿਆਂ ਮਨ ਦੇ ਵਿੱਚ ਮੈਲ ਆ, ਰਾਗ ਦਵੇਸ਼ ਈਰਖਾ ਵਕੀਲੀ ਨਿੰਦਿਆ ਚੁਗਲੀ ਆਪਣਾ ਬਗਾਨੇ ਦੀ ਮੈਲ ਆ, ਤੇ ਫਿਰ ਉਹ ਜਿਹੜੀ ਗੁਰਬਾਣੀ ਦੀ ਜਿਹੜੀ ਤਾਕਤ ਆ, ਗੁਰਬਾਣੀ ਦਾ ਜਿਹੜਾ ਰਸ ਆ, ਉਹਦੀ ਦਿਵਿਆ ਸ਼ਕਤੀ ਹੈ, ਦਿਵਿਆ ਊਰਜਾ, ਉਹ ਵੀ ਪ੍ਰਗਟ ਨਹੀਂ ਹੁੰਦੀ। ਦੇਖਿਆ ਜਾਵੇ ਤੇ ਜਦੋਂ ਤੀਲੀ ਬਾਲਦੇ ਆ, ਤੇ ਤੀਲੀ ਬਾਲਦੇ ਆ ਜਦੋਂ ਗੈਸ ਨੂੰ ਲਾਉਂਦੇ ਆ ਜਾਂ ਚੁੱਲ੍ਹੇ ਨੂੰ ਲਾਉਂਦੇ ਆ, ਤੇ ਬਿਲਕੁਲ ਇਕਾਗਰ ਹੋ ਜਾਂਦੇ ਆ, ਕੋਈ ਚੇਤੇ ਨਹੀਂ ਆਉਂਦਾ, ਬਸ ਕੇਵਲ ਤੀਲੀ ਚੇਤੇ ਆ ਜਾਂਦੀ ਹੈ। ਸਭ ਕੁਝ ਬੁੱਝ ਜਾਂਦਾ ਉਸ ਵੇਲੇ ਜਿਸ ਵੇਲੇ ਤੀਲੀ ਬਾਲਣੀ ਹੁੰਦੀ ਹੈ। ਤਾਂ ਇਸੇ ਤਰ੍ਹਾਂ ਹੀ ਮਹਾਰਾਜ ਦੀ ਬਾਣੀ ਜਦੋਂ ਪੜ੍ਹਨੀ ਆ, ਅੰਦਰ ਵਿਚਾਰਨੀ ਆ, ਤੇ ਉਦੋਂ ਵੀ ਯਕਦਮ ਸੁੰਨ ਹੋ ਜਾਣਾ ਚਾਹੀਦਾ, ਸ਼ਾਂਤ ਹੋ ਜਾਣਾ ਚਾਹੀਦਾ, ਹੋਰ ਕੁਝ ਨਾ ਚੇਤੇ ਆਵੇ। ਤੇ ਤਾਂ ਉਹ ਬਾਣੀ ਜਿਹੜੀ ਹੈਗੀ ਆ, ਉਹ ਚਿਣਕ ਬਣ ਕੇ ਅੰਦਰ ਦਿਵਿਆ ਊਰਜਾ ਦਾ ਪ੍ਰਕਾਸ਼ ਕਰਦੀ ਹੈ। ਤੇ ਜੇਕਰ ਮਨ ਦੇ ਵਿੱਚ ਮੈਲ ਆ, ਕਾਮ ਕ੍ਰੋਧ ਲੋਭ ਮੋਹ ਰਾਗ ਦਵੇਸ਼ ਈਰਖਾ ਵਕੀਲੀ ਆਪਣਾ ਬਗਾਨਾ ਦੀ ਮੈਲ ਆ, ਤੇ ਫਿਰ ਉਹ ਸਲਾਬੀ ਜਾਂਦੀ ਆ। ਜਦੋਂ ਸਲਾਬੀ ਜਾਂਦੀ ਹੈ ਨਾ ਡੱਬੀ, ਤੇ ਬਾਲਣ ਵੀ ਸਲਾਬਿਆ ਜਾਵੇ ਤੇ ਫਿਰ ਕੁਛ ਵੀ ਨਹੀਂ ਬਲਦਾ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੇ ਘਰ ਦੇ ਵਿੱਚ ਭਾਈ ਸਾਰੀਆਂ ਹੀ ਬਰਕਤਾਂ ਜੇ ਤੈਨੂੰ ਨਹੀਂ ਮਿਲੀਆਂ, ਤੂੰ ਇਹ ਨਾ ਸਮਝੀ ਉਹਦੇ ਕੋਲ ਹੈ ਹੀ ਨਹੀਂ ਗੀਆਂ। ਜੇ ਤੂੰ ਲੈਣ ਵਾਲਾ ਹੋਵੇਗਾ ਤੇ ਤੇਰੇ ਵਾਸਤੇ ਸਭ ਕੁਝ ਆ, ਜੇ ਤੂੰ ਲੈਣ ਦਾ ਅਧਿਕਾਰੀ ਨਹੀਂਗਾ ਤੇ ਤੇਰੇ ਵਾਸਤੇ ਕੁਝ ਵੀ ਨਹੀਂਗਾ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਤੋ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਤੇਰੇ ਘਰ ਦੇ ਵਿੱਚ ਤਾਂ ਸਭ ਕੁਝ ਆ। ਲੱਕੜੀ ਦੇ ਵਿੱਚ ਅਗਨੀ ਆ, ਦੁੱਧ ਵਿੱਚ ਘਿਓ ਆ, ਪਰ ਜਿੰਨਾ ਚਿਰ ਮੰਥਨ ਨਹੀਂ ਕਰੇਗਾ ਉਹਨਾਂ ਚਿਰ ਉਹ ਪ੍ਰਗਟ ਨਹੀਂ ਹੋਵੇਗਾ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਜਿਸ ਨੂੰ ਭਾਈ ਦਿੰਦੇ ਆ ਨਾ, ਉਹਨੂੰ ਉਦਮ ਦਿੰਦੇ ਆ, ਉਹਨੂੰ ਪ੍ਰੇਮ ਦਿੰਦੇ ਆ। ਤੇ ਜਿਹਨੂੰ ਉਦਮ ਮਿਲ ਗਿਆ, ਪ੍ਰੇਮ ਮਿਲ ਗਿਆ, ਉਹੀ ਇਹ ਵਸਤੂਆਂ ਲੈ ਸਕਦਾ। ਬੇਨਤੀ ਕਰਨੀ ਚਾਹੀਦੀ ਹੈ ਮਹਾਰਾਜ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਮੈਨੂੰ ਨਾਮ ਦਾਨ ਤੇ ਇਸ਼ਨਾਨ ਦਿਓ, ਮੇਰੇ ਨਾਮ ਦੇ ਵਿੱਚ ਲਿਵ ਲੱਗੇ, ਮੈਨੂੰ ਨਾਮ ਜਪਣਾ ਮਿੱਠਾ ਲੱਗੇ। ਦਾਨ ਮੈਨੂੰ ਇੰਨਾ ਸਮਰੱਥ ਕਰੋ ਕਿ ਮੈਂ ਧਰਮ ਵਾਸਤੇ ਦਾਨ ਕਰਦਾ ਰਹਾਂ, ਔਰ ਇਸ਼ਨਾਨ ਅੰਮ੍ਰਿਤ ਵੇਲਾ ਇਸ਼ਨਾਨ ਪਾਣ ਕਰਾਂ, ਅੰਮ੍ਰਿਤ ਵੇਲਾ ਸੰਭਾਲਾਂ। ਕਿਉਂਕਿ ਜਿਹਨੇ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਤੇ ਭਾਈ ਉਹਨੇ ਕੁਝ ਵੀ ਨਹੀਂ ਸੰਭਾਲਿਆ। ਤੋ ਇਸੇ ਕਰਕੇ ਹੀ ਗੁਰੂ ਮਹਾਰਾਜ ਭਾਈ ਇਹ ਉਪਦੇਸ਼ ਦਿੰਦੇ ਨੇ ਕਿ ਜਿਨੇ ਵੀ ਪਰਮੇਸ਼ਰ ਪਰਮਾਤਮਾ ਜੀ ਨੂੰ ਪਾਇਆ, ਉਹਦੇ ਘਰ ਦੇ ਵਿੱਚ ਸਭ ਕੁਝ ਹੈ, ਪਰ ਗੁਰਾਂ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹੋ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਕਿ ਮੈਨੂੰ ਗੁਰੂ ਨੇ ਇਹ ਮੱਤ ਦਿੱਤੀ ਆ ਕਿ ਸਾਰੇ ਸੰਸਾਰ ਦੇ ਜੀਆਂ ਦਾ ਇੱਕੋ ਹੀ ਮਾਲਕ ਆ, ਇਸ ਕਰਕੇ ਸਾਰਿਆਂ ਨਾਲ ਸਮ ਵਿਵਹਾਰ ਕਰਨਾ, ਤੇ ਤਾਂ ਹੀ ਪਰਮਾਤਮਾ ਪ੍ਰਸੰਨ ਹੁੰਦਾ। ਜਦੋਂ ਆਪਣਾ ਬਗਾਨਾ ਦੁਸ਼ਮਣ ਮਿੱਤਰ ਸਮਝਾਂਗੇ ਤੇ ਉਹਦੇ ਵਿੱਚ ਵੀ ਪਰਮਾਤਮਾ ਦੀ ਪ੍ਰਸੰਨਤਾ ਨਹੀਂ ਮਿਲਦੀ। ਇਸੇ ਕਰਕੇ ਮਹਾਰਾਜ ਕਹਿੰਦੇ ਕਿ ਭਾਈ ਸੰਸਾਰ ਦੇ ਵਿੱਚ ਯੋਗਤਾ ਦੇ ਨਾਲ ਸਫਲਤਾ ਮਿਲਦੀ ਹੈ। ਤੋ ਵਾਹਿਗੁਰੂ ਪਰਮਾਤਮਾ ਨੂੰ ਜਦੋਂ ਅੰਤਰਮੁਖੀ ਧਿਆਨ ਦੇ ਨਾਲ ਦੇਖਦੇ ਆ ਤੇ ਮਤੀ ਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਿਕ ਬੇਸ਼ੁਮਾਰ ਕੀਮਤੀ ਰਤਨ ਪਰਮੇਸ਼ਰ ਪਰਮਾਤਮਾ ਜੀ ਨੇ ਪ੍ਰਗਟ ਕੀਤੇ ਹੋਏ ਆ। ਉਹਨਾਂ ਨੂੰ ਜਾਗਰਤ ਕਰਨਾ,
ਦਇਆ, ਸੰਤੋਖ, ਧੀਰਜ, ਖਿਮਾ, ਨਿਮਰਤਾ, ਸਹਿਜ, ਅਡੋਲਤਾ, ਇਹ ਵੀ ਬਹੁਤ ਵੱਡੀ ਸੰਪਦਾ। ਜੇ ਇਹ ਸੰਪਦਾ ਹੈਗੀ ਆ ਤੇ ਤਾਂ ਹੀ ਬਾਹਰਲਾ ਧਨ ਪਦਾਰਥ ਜਿਹੜਾ ਉਹ ਸੁੱਖ ਦੇ ਸਕਦਾ। ਜੇ ਇਹ ਸੰਪਦਾ ਨਹੀਂ ਨਾ ਹੈਗੀ ਤੇ ਫਿਰ ਬਾਹਰਲੇ ਧਨ ਪਦਾਰਥ ਦੇ ਨਾਲ ਖੁਸ਼ੀ ਨਹੀਂ ਆਉਣੀ। ਕਿਉਂਕਿ ਜੀਵ ਆਤਮਾ ਦਾ ਜਿਹੜਾ ਭੋਜਨ ਆ ਉਹ ਇਹ ਗੁਣ ਆ। ਤੇ ਜੇ ਜੀਵ ਆਤਮਾ ਕਮਜ਼ੋਰ ਰਹੀ ਤੇ ਫਿਰ ਸੰਸਾਰ ਦਾ ਸੁੱਖ ਜਿਹੜਾ ਧਨ ਪਦਾਰਥ ਆ ਉਹ ਕਿਸੇ ਕੰਮ ਨਹੀਂ। ਕਿੰਨੇ ਵੀ ਕੋਠੇ ਭਰੇ ਆ ਪਦਾਰਥਾਂ ਦੇ ਨਾਲ, ਜੇ ਮਨ ਪ੍ਰਸੰਨ ਨਹੀਂ ਹੈਗਾ, ਆਤਮਾ ਪ੍ਰਸੰਨ ਨਹੀਂ ਹੈਗੀ ਤੇ ਫਿਰ ਭਾਈ ਉਹਦੇ ਵਾਸਤੇ ਸਾਰਾ ਕੁਝ ਵਿਰਾਨ ਹੀ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੀ ਅੰਦਰ ਦਿਵਿਆ ਸ਼ਕਤੀ ਆ, ਦਿਵਿਆ ਜਿਹੜੇ ਮਹਾਰਾਜ ਦਾ ਧਨ ਆ, ਉਹਨੂੰ ਵੀ ਕਮਾਈ ਦੇ ਨਾਲ ਹੀ ਪ੍ਰਗਟ ਕੀਤਾ ਜਾ ਸਕਦਾ, ਐਵੇਂ ਨਹੀਂ। ਤੋ ਉਹਦੇ ਵਾਸਤੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਜਦੋਂ ਮਸ਼ੱਕਤ ਘਾਲੇਗਾ ਤੇ ਫਿਰ ਉਹ ਜਿਹੜਾ ਧਨ ਆ ਉਹ ਅੰਦਰੋਂ ਪ੍ਰਗਟ ਹੋਵੇਗਾ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਤੋ ਸਾਧ ਸੰਗਤ, ਇਹ ਤਰੀਕਾ ਨਾਮ ਨੂੰ ਮਨ ਦੇ ਵਿੱਚ ਵਸਾਉਣ ਦਾ, ਕਿਹੜਾ ਤਰੀਕਾ ਕਿ ਭਾਈ ਇਸ਼ਟ ਦੇਵ ਨੇ ਸਰਗੁਣ ਸਰੂਪ ਪਰਮਾਤਮਾ, ਉਹਨਾਂ ਦਾ ਧਿਆਨ ਕਰਨਾ, ਉਹਨਾਂ ਦੀ ਲੀਲਾ ਦਾ ਚਿੰਤਨ ਕਰਨਾ, ਲੀਲਾ ਦਾ ਚਿੰਤਨ ਕਰਦਿਆਂ ਕਰਦਿਆਂ ਉਹਨਾਂ ਦੀ ਸਿਫਤ ਕਰਨੀ, ਸਿਫਤ ਕਰਦਿਆਂ ਕਰਦਿਆਂ ਪਵਿੱਤਰ ਹੋਵੇਗਾ। ਤੇ ਨਾਮ ਦੇ ਨਾਲ ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਈ ਚੱਲੀਏ ਦੁੱਖ। ਤੇ ਫਿਰ ਸੱਚੇ ਨਾਮ ਦੀ ਭੁੱਖ ਲੱਗੂਗੀ ਤੇ ਫਿਰ ਨਾਮ ਜਪਿਆ ਮਿੱਠਾ ਲੱਗੂਗਾ। ਤੋ ਇਸੇ ਕਰਕੇ ਹੀ ਮਹਾਰਾਜ ਇਹੀ ਉਪਦੇਸ਼ ਦਿੰਦੇ ਨੇ ਕਿ ਵਸਦਾ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਆ, ਹੋਰ ਕੋਈ ਵੀ ਵਸਦਾ ਨਹੀਂ। ਬਾਕੀ ਤੇ ਸਾਰਾ ਸੰਸਾਰ ਉਜੜਿਆ ਹੀ ਆ। ਦੋ ਪੈਸੇ ਘਰ ਦੇ ਵਿੱਚੋਂ ਜਦੀ ਲਾਭ ਆ ਤੇ ਘਰ ਵੇਚ ਦਿੰਦੇ ਨੇ, ਦੁਕਾਨ ਵੇਚ ਦਿੰਦੇ ਨੇ, ਜ਼ਮੀਨ ਵੇਚ ਦਿੰਦੇ ਨੇ, ਫੈਕਟਰੀ ਵੇਚ ਦਿੰਦੇ ਨੇ, ਸਭ ਕੁਝ ਹੀ ਵੇਚ ਦਿੰਦੇ ਨੇ। ਵਸਦਾ ਕਿੱਥੇ ਹੈ ਸੰਸਾਰ ਦੇ ਵਿੱਚ ਜੀਵ ਸਰੀਰ ਕਰਕੇ? ਜਿਸ ਘਰ ਦੇ ਵਿੱਚ ਤੇਰਾ ਪੜਦਾਦਾ ਵਸਿਆ, ਉਸ ਘਰ ਦੇ ਵਿੱਚ ਤੇਰਾ ਦਾਦਾ ਨਹੀਂ ਵਸਿਆ, ਉਹਨੇ ਆਪਣਾ ਨਵਾਂ ਘਰ ਬਣਾਇਆ। ਜਿਸ ਘਰ ਦੇ ਵਿੱਚ ਤੇਰਾ ਦਾਦਾ ਵਸਿਆ, ਉਸ ਘਰ ਵਿੱਚ ਤੇਰਾ ਪਿਤਾ ਨਹੀਂ ਵਸਿਆ, ਉਹਨੇ ਆਪਣਾ ਨਵਾਂ ਘਰ ਬਣਾਇਆ। ਜਿਸ ਘਰ ਦੇ ਵਿੱਚ ਤੇਰਾ ਪਿਤਾ ਵਸਿਆ, ਉੱਥੇ ਤੂੰ ਨਹੀਂ ਵਸੂਗਾ, ਤੂੰ ਆਪਣਾ ਨਵਾਂ ਘਰ ਬਣਾਊਂਗਾ। ਤੇ ਜਿੱਥੇ ਤੂੰ ਵਸੇਗਾ ਉੱਥੇ ਤੇਰਾ ਪੁੱਤਰ ਨਹੀਂ ਵਸੇਗਾ, ਉਹ ਆਪਣਾ ਹੀ ਨਵਾਂ ਘਰ ਬਣਾਊਗਾ। ਤੋ ਮਹਾਰਾਜ ਕਹਿੰਦੇ ਨੇ ਕਿ ਜੀਵ ਜਿਹੜਾ ਸਰੀਰ ਆ ਇਹ ਕਿਤੇ ਵੀ ਨਹੀਂ ਵਸਦਾ। ਜੀਵ ਸ਼ਹਿਰ ਛੱਡ ਜਾਂਦਾ, ਸੂਬਾ ਛੱਡ ਜਾਂਦਾ, ਦੇਸ਼ ਛੱਡ ਜਾਂਦਾ, ਤੋ ਵਸਦਾ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹਿਰਦੇ ਦੇ ਵਿੱਚ। ਤੇ ਜਦੋਂ ਵਸ ਜਾਂਦਾ ਤੇ ਫਿਰ ਜਾਂਦਾ ਨਹੀਂ। ਅੰਤਰ ਬਾਹਰ ਏਕ ਰਸ, ਜੋ ਚੇਤਨ ਭਰਪੂਰ। ਆਤਮਾ ਕਰਕੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਭਰਪੂਰ ਨੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਸਾਧ ਸੰਗਤ, ਪਰਮਾਤਮਾ ਦੇ ਮਨ ਦੇ ਵਿੱਚ ਵਸਣ ਦੇ ਲੱਛਣ ਕੀ ਆ? ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਤਿਗੁਰੂ ਮਿਲੇ ਸਹਿਜ ਧੁਨ ਲਾਗੀ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕਿ ਕਹਿੰਦੇ ਜਿਹਦੇ ਮਨ ਦੇ ਵਿੱਚ ਵਸਦਾ,
ਤੇ ਵਾਜੇ ਵੱਜਦੇ ਨੇ। ਭਾਈ ਕਿਹੜੇ ਵਾਜੇ ਵੱਜਦੇ ਨੇ? ਕਿਤੇ ਭੁਲੇਖੇ ਦੇ ਵਿੱਚ, ਕਿਤੇ ਭਰਮ ਦੇ ਵਿੱਚ ਨਾ ਰਹਿ ਜਾਇਓ ਕਿ ਉਹ ਆ ਸਤਾਰ ਵੱਜਦੀ, ਹਾਰਮੋਨੀਆ ਵੱਜਦਾ। ਇਹ ਵਾਜੇ ਨਹੀਂ ਵੱਜਦੇ। ਕੁਦਰਤ ਦੀ ਜਿਹੜੀ ਆਵਾਜ਼ ਆ, ਇਹੋ ਹੀ ਵਾਜੇ ਬਣਦੀ ਆ। ਭਾਈ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਦੀ ਸਿੱਖਿਆ ਦੇ ਨਾਲ ਅੰਦਰ ਜੋਤ ਪ੍ਰਗਟ ਹੋਈ ਨਾ, ਤੇ ਫਿਰ ਉਹ ਜੋਤ ਸਾਰਿਆਂ ਦੇ ਵਿੱਚ ਦਿਸੀ। ਜੋ ਬ੍ਰਹਮੰਡੇ ਸੋਈ ਪਿੰਡੇ, ਜਿਹੜਾ ਬ੍ਰਹਮੰਡ, ਜਿਹੜਾ ਪਿੰਡੇ ਦੇ ਵਿੱਚ ਪ੍ਰਗਟ ਹੋਇਆ ਅਕਾਲ ਪੁਰਖ ਵਾਹਿਗੁਰੂ, ਉਹ ਸਾਰੇ ਬ੍ਰਹਮੰਡ ਦੇ ਵਿੱਚ ਮੈਨੂੰ ਦਿਸਿਆ ਤੇ ਮੇਰੀ ਏਕਤਾ ਹੋਈ। ਜਿਹੜਾ ਮੈਂ ਸੰਸਾਰ ਕਲਪਿਆ ਹੋਇਆ ਸੀ, ਜਿਹੜਾ ਜੀਵ ਨੇ ਸੰਸਾਰ ਕਲਪਿਆ ਹੋਇਆ ਸੀ, ਕੁਝ ਲੋਕ ਹੀ ਮੇਰੇ ਨੇ, ਬਾਕੀ ਦੇ ਸਾਰੇ ਬਗਾਨੇ ਨੇ। ਤੇ ਬਗਾਨਿਆਂ ਦੀਆਂ ਆਵਾਜ਼ਾਂ ਕਿਤੇ ਚੰਗੀਆਂ ਲੱਗਦੀਆਂ, ਬਗਾਨਿਆਂ ਦੀਆਂ ਸ਼ਕਲਾਂ ਚੰਗੀਆਂ ਲੱਗਦੀਆਂ। ਕਿੰਨਾ ਵੀ ਸੰਗੀਤਕਾਰ ਵੱਡਾ ਹੋਵੇ, ਜੇਕਰ ਉਹਦੇ ਨਾਲ ਦਵੇਸ਼ ਆ, ਈਰਖਾ ਵਾ, ਤੇ ਉਹਦਾ ਸੰਗੀਤ ਚੰਗਾ ਨਹੀਂ ਲੱਗੇਗਾ, ਬੋਰ ਕਰ ਦੂਗਾ। ਤੇ ਜੇ ਕਿਸੇ ਦੇ ਨਾਲ ਮੋਹ ਆ, ਤੇ ਉਹ ਭਾਵੇਂ ਹਲਕਾ ਹੀ ਸੰਗੀਤਕਾਰ ਹੋਵੇ, ਤੇ ਉਹਦਾ ਮਿਊਜ਼ਿਕ ਜਿਹੜਾ ਹੈਗਾ ਬੜਾ ਚੰਗਾ ਲੱਗਦਾ। ਤੋ ਇਸੇ ਤਰ੍ਹਾਂ ਹੀ ਇਸ ਨੇ ਕਲਪਿਆ ਹੋਇਆ ਵਾ ਕਿ ਜਿੰਨੇ ਵੀ ਜੀਵ ਜੰਤੂ ਨੇ, ਜਿੰਨੀ ਵੀ ਦੁਨੀਆ, ਇਹ ਸਾਰੀ ਪਰਾਈ ਆ, ਮੇਰੇ ਤੇ ਕੁਝ ਲੋਕ ਹੀ ਨੇ। ਇਸੇ ਕਰਕੇ ਹੀ ਉਹਨਾਂ ਦਾ ਸੰਗੀਤ, ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਬੁਰੀ ਲੱਗਦੀ ਆ, ਬੇਰਸੀ ਕਰਦੀ ਆ। ਤੋ ਮਹਾਰਾਜ ਕਹਿੰਦੇ ਨੇ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਮੇਰੇ ਮਨ ਵਿੱਚ ਵਸਿਆ, ਜਦੋਂ ਮੇਰੇ ਮਨ 'ਚ ਵਸਿਆ, ਮੈਨੂੰ ਆਤਮਾ ਦਾ ਸਾਖਸ਼ਾਤਕਾਰ ਹੋਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੈਂ ਆਪਣਾ ਮੂਲ ਪਛਾਣ ਲਿਆ। ਤੇ ਫਿਰ ਕਹਿੰਦੇ ਨੇ ਕਿ ਮੈਂ ਹੀ ਸਾਰੇ ਬ੍ਰਹਿਮੰਡ ਦੇ ਵਿੱਚ, ਮੇਰੀ ਆਤਮਾ ਹੀ ਸਾਰੇ ਬ੍ਰਹਿਮੰਡ ਦੇ ਵਿੱਚ। ਤੋ ਏਕ ਪਿਤਾ ਏਕ ਸਕੀ ਹੰਬਾਰਕ। ਫਿਰ ਇਹ ਗਿਆਨ ਹੋ ਜਾਂਦਾ ਕਿ ਸਾਰਾ ਬ੍ਰਹਿਮੰਡ ਮੇਰੀ ਆਤਮਾ ਦਾ ਸਰੂਪ ਹੀ ਆ। ਹੁਣ ਕੌਣ ਆਪਣਾ, ਕੌਣ ਬਗਾਨਾ? ਸਮ ਭਾਵ ਹੋ ਜਾਂਦਾ, ਸਹਿਜ ਭਾਵ ਹੋ ਜਾਂਦਾ। ਸਤਿਗੁਰੂ ਮਿਲੇ ਸਹਿਜ ਧੁਨ ਲੋਗੀ। ਸਤਿਗੁਰੂ ਦਾ ਮਤਲਬ ਹੁੰਦਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਜਦੋਂ ਉਹ ਅੰਦਰ ਪ੍ਰਕਾਸ਼ਮਾਨ ਹੋ ਜਾਂਦਾ ਨਾ, ਤੇ ਫਿਰ ਸਹਿਜ ਹੋ ਜਾਂਦਾ। ਜਿਹੜੀ ਸੁਰਤੀ ਹੈਗੀ ਆ, ਉਹ ਬਹੁਤ ਹੌਲੀ ਹੋ ਜਾਂਦੀ ਆ, ਹਲਕੀ ਹੋ ਜਾਂਦੀ ਗਤੀ ਦੇ ਵਿੱਚ। ਕਿਉਂਕਿ ਨਾ ਦੁਸ਼ਮਣ ਵੱਲ ਜਾਣ, ਅੱਗੇ ਦੁਸ਼ਮਣ ਵੱਲ ਭੱਜਦੀ ਸੀ, ਮਿੱਤਰ ਵੱਲ ਭੱਜਦੀ ਸੀ, ਆਪਣੇ ਵੱਲ ਭੱਜਦੀ ਸੀ, ਬਗਾਨੇ ਵੱਲ ਭੱਜਦੀ ਸੀ। ਤੇ ਹੁਣ ਕੋਈ ਦੁਸ਼ਮਣ ਮਿੱਤਰ ਰਿਹਾ ਹੀ ਨਹੀਂਗਾ, ਤੇ ਸੁਰਤੀ ਜਾਵੇ ਕਿੱਧਰ? ਇਸ ਕਰਕੇ ਸੁਰਤੀ ਨੂੰ ਤੇ ਜਾਮਰ ਲੱਗ ਗਿਆ, ਜਾਮ ਹੋ ਗਈ ਸੁਰਤੀ। ਤੋ ਜਿਹੜੀ ਜਾਮ ਹੋ ਗਈ, ਉਸੇ ਨੂੰ ਹੀ ਕਹਿੰਦੇ ਨੇ ਸਹਿਜ। ਤੇ ਜਦੋਂ ਸਹਿਜ ਹੋ ਜਾਂਦੀ ਆ, ਤਾਂ ਉਦੋਂ ਫਿਰ ਸਾਰੇ ਜੀਵ ਜੰਤੂ, ਜਿੰਨੇ ਵੀ ਆਵਾਜ਼ ਆ, ਸਭ ਦੀ ਆਵਾਜ਼ ਫਿਰ ਮਿੱਠੀ ਲੱਗਦੀ, ਸੰਗੀਤ ਲੱਗਦਾ। ਤੋ ਇਸੇ ਨੂੰ ਹੀ ਮਹਾਰਾਜ ਕਹਿੰਦੇ ਨੇ ਕਿ ਇਹ ਬਹੁਤ ਮਧੁਰ ਸੰਗੀਤ ਜਿਹੜਾ ਹੈਗਾ, ਉਹ ਫਿਰ ਆਨੰਦਮਈ ਸੁਣਾਈ ਦਿੰਦਾ। ਤੋ ਇਹੋ ਹੀ ਲੋਕ ਪਰਲੋਕ ਦੇ ਵਿੱਚ ਜਾਣਾ ਹੁੰਦਾ। ਲੋਕ ਦੀ ਆਵਾਜ਼, ਜਿਹੜੇ ਆਪਣੇ ਲੋਕ ਨੇ, ਉਹਨਾਂ ਦੀ ਆਵਾਜ਼ ਤੇ ਸੁਣਦਾ ਵਾ, ਪਰ ਪਰਲੋਕ ਜਿਹੜੇ ਦੂਸਰੇ ਲੋਕ ਨੇ, ਨਹੀਂ ਪਛਾਣ ਵਾਲੇ, ਉਹਨਾਂ ਦੀ ਆਵਾਜ਼ ਹੀ ਤੇ ਬਸੁਰੀ ਲੱਗਦੀ ਆ। ਪਰ ਜਦੋਂ ਏਕਾ ਹੋ ਗਿਆ ਕਿ ਸਾਰੇ ਮੇਰੇ ਹੀ ਸਰੂਪ ਨੇ, ਤੇ ਫਿਰ ਆਪੇ ਹੀ ਫਿਰ ਲੋਕ ਤੋਂ ਪਰਲੋਕ ਦੇ ਵਿੱਚ ਚਲੇ ਗਿਆ। ਤੇ ਲੋਕ ਉਹ ਸੁਖੀ ਹੋ ਗਿਆ, ਤੇ ਪਰਲੋਕ ਵੀ ਸੁਹੇਲਾ ਹੋ ਗਿਆ। ਤੋ ਇਸੇ ਨੂੰ ਹੀ ਜਦੋਂ ਅੰਦਰ ਸੁਰਤੀ ਪਵਿੱਤਰ ਹੋ ਗਈ, ਤੇ ਫਿਰ ਸਾਰੀਆਂ ਆਵਾਜ਼ਾਂ, ਜਿੰਨੀਆਂ ਵੀ ਕੁਦਰਤੀ ਆਵਾਜ਼ਾਂ ਨੇ, ਉਹ ਸਾਰੀਆਂ ਹੀ ਮਿੱਠੀਆਂ ਲੱਗਣ ਲੱਗ ਪੈਂਦੀਆਂ, ਵਾਜਿਆਂ ਵਾਂਗੂ ਆਨੰਦਮਈ ਦੇਣ ਲੱਗ ਪੈਂਦੀਆਂ। ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ। ਗੁਰੂ ਮਹਾਰਾਜ ਫਿਰ ਇਹ ਦਾਅਵਾ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਪਾਸੇ ਲੱਗੇ ਆ, ਸਾਰੇ ਸੁੱਖ ਹੀ ਪ੍ਰਾਪਤ ਹੁੰਦੇ ਨੇ। ਪਵਿੱਤਰ ਸਾਈਡ ਜੇ ਰੱਖੇ ਜੀਵ ਕਿ ਮੈਂ ਪਵਿੱਤਰ ਕਿਰਤ ਕਰਨੀ ਆ, ਪਵਿੱਤਰ ਧਰਮ ਕਮਾਉਣਾ, ਦਇਆ ਕਰਨੀ ਆ, ਧਰਮ ਕਰਨਾ, ਸੰਤੋਖ ਕਰਨਾ, ਧੀਰਜ ਕਰਨਾ, ਖਿਮਾ ਕਰਨੀ ਆ, ਪਰਉਪਕਾਰ ਕਰਨਾ, ਤਾਂ ਫਿਰ ਮਹਾਰਾਜ ਕਹਿੰਦੇ ਨੇ ਕਿ ਸਾਰੇ ਹੀ ਪਰਮਾਤਮਾ ਦੇ ਖਜ਼ਾਨੇ ਉਹਦੇ ਵਾਸਤੇ ਖੁੱਲੇ ਆ।
ਤੋ ਜੋ ਵੀ ਦਿੱਤਾ ਲਈਏ ਆਪਣਾ, ਅਣਦਿੱਤਾ ਕੁਛ ਹੱਥ ਨਾ ਆਵੇ। ਜੇ ਕੋਈ ਕਿਸੇ ਨੂੰ ਖੁਸ਼ੀ ਦਊਗਾ ਤੇ ਉਹਨੂੰ ਖੁਸ਼ੀ ਮਿਲੇਗੀ, ਜੋ ਕਿਸੇ ਨੂੰ ਸੁੱਖ ਦਊਗਾ ਉਹਨੂੰ ਸੁੱਖ ਮਿਲੂਗਾ। ਤੋ ਇਹੋ ਹੀ ਖਜ਼ਾਨਾ ਹੁੰਦਾ ਵਾ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦੇ ਘਰ ਦਾ। ਤੇ ਭਾਈ ਕਰਮ ਕਾਂਡ ਕਰੋ, ਉਪਾਸ਼ਨਾ ਕਾਂਡ ਕਰੋ, ਗਿਆਨ ਕਾਂਡ ਕਰੋ, ਸ਼ੁੱਧ ਕਿਰਤ ਕਰੋ, ਸ਼ੁੱਧ ਕਰਮ ਕਰੋ, ਸੇਵਾ ਕਰੋ, ਤੇ ਫਿਰ ਉਪਾਸ਼ਨਾ ਕਰੋ। ਸ਼ੁੱਧ ਹਿਰਦੇ ਦੇ ਨਾਲ ਉਪਾਸ਼ਨਾ ਕਰੋਗੇ, ਉਹ ਉਪਾਸ਼ਨਾ ਜਿਹੜੀ ਹੈਗੀ ਉਹ ਸਫਲ ਹੋਵੇਗੀ। ਤੇ ਜਦੋਂ ਉਪਾਸ਼ਨਾ ਸਫਲ ਹੋਵੇਗੀ ਤੇ ਫਿਰ ਗਿਆਨ ਦੀ ਪ੍ਰਾਪਤੀ ਹੋਏਗੀ, ਗਿਆਨ ਦੀ ਪ੍ਰਾਪਤੀ ਹੋਏਗੀ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਨੈਗੇਟਿਵ ਨਹੀਂ ਰਹਿਣਾ ਕਿ ਹੁਣ ਤੇ ਕੁਝ ਨਹੀਂ ਬਣੇਗਾ, ਬਹੁਤ ਹੋ ਗਿਆ, ਸਾਰਾ ਕਹਾਣੀ ਵਿਗੜ ਗਈ ਆ, ਚਾਰੇ ਪਾਸੇ ਚਿੱਤ ਹੋ ਗਿਆ ਵਾ। ਮਹਾਰਾਜ ਕਹਿੰਦੇ ਕਿ ਨਹੀਂ, ਮੁਸ਼ਕਲ ਜਾ ਕੋ ਅਤ ਬਣੇ ਢੋਈ ਕੋਈ ਨਾ ਦੇ, ਲਾਗੋ ਹੋਏ ਸਭ ਦੁਸ਼ਮਣਾ ਸਾਖ ਵੀ ਭੱਜ ਖੜੇ, ਸਭੇ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ। ਪੋਜ਼ਿਟਿਵ ਰਹਿਣਾ ਕਿ ਨਹੀਂ, ਪਰਮਾਤਮਾ ਪਰਮੇਸ਼ਰ ਪਰਮਾਤਮਾ ਬੜੇ ਦਿਆਲੂ ਨੇ, ਉਹ ਕੌਡੇ ਰਾਖਸ਼ ਦਾ ਤਤਾ ਤੇਲ ਠੰਡਾ ਕਰ ਸਕਦੇ ਨੇ, ਤੇ ਮੇਰਾ ਹਿਰਦਾ ਵੀ ਠੰਡਾ ਕਰਨਗੇ। ਮੇਰੇ ਅੰਦਰ ਵੀ ਜਿਹੜੀ ਦੈਵੀ ਵਿਦਿਆ ਵਾ, ਦੈਵੀ ਸ਼ਕਤੀ ਆ, ਉਸ ਨੂੰ ਪ੍ਰਗਟ ਕਰਨਗੇ। ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਪਵਿੱਤਰ ਨੀਅਤ ਦੇ ਨਾਲ ਗੁਰਬਾਣੀ ਪੜ੍ਹੋ, ਪਵਿੱਤਰ ਨੀਅਤ ਦੇ ਨਾਲ, ਤੇ ਇਸੇ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੀ ਪ੍ਰਾਪਤੀ ਹੋਵੇਗੀ। ਪਰਮਾਤਮਾ ਹਰ ਵੇਲੇ ਹਜ਼ੂਰ ਆ, ਬਸ ਉਹਨੂੰ ਗੋਬਿੰਦ ਭਾਉ ਭਗਤ ਕਾ ਭੂਖਾ। ਪਰਮਾਤਮਾ ਪਦਾਰਥ ਦਾ ਭੁੱਖਾ ਨਹੀਂ, ਪਰਮਾਤਮਾ ਭਾਵਨਾ ਦਾ ਭੁੱਖਾ। ਜਿਹੜੀ ਕੋਈ ਵੀ ਵਸਤੂ ਲੈ ਕੇ ਜਾਂਦੇ ਆ, ਜੇਕਰ ਭਾਵਨਾ ਪਵਿੱਤਰ ਨਹੀਂ ਹੈਗੀ ਤਾਂ ਫਿਰ ਉਹ ਪਰਮਾਤਮਾ ਨੂੰ ਭੋਗ ਨਹੀਂ ਲੱਗਦਾ, ਫਿਰ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, ਪ੍ਰਵਾਨ ਨਹੀਂ ਕਰਦਾ। ਜੇਕਰ ਕੋਈ ਵਸਤੂ ਗੁਰੂ ਮਹਾਰਾਜ ਦੇ ਕੋਲ ਲੈ ਕੇ ਜਾਂਦੇ ਆ, ਭਾਵਨਾ ਪਵਿੱਤਰ ਆ, ਤਾਂ ਫਿਰ ਉਹ ਪਰਮਾਤਮਾ ਉਹਨੂੰ ਪ੍ਰਵਾਨ ਕਰਦਾ। ਤੋ ਇਸ ਕਰਕੇ ਗੁਰੂ ਮਹਾਰਾਜ ਦਾਅਵਾ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਘਰ ਦੇ ਵਿੱਚ ਭਾਈ ਸਾਰੀਆਂ ਹੀ ਬਰਕਤਾਂ ਨੇ। ਤੂੰ ਇੱਕ ਕਦਮ ਪੱਟ, ਚਰਨ ਸਰਣ ਗੁਰੂ ਏਕ ਪੈਂਡਾ ਜਾਏ ਜਲ, ਸਤਿਗੁਰੂ ਕੋਟ ਪੈਂਡਾ ਆਗੇ ਹੋਈ ਲੇਤ। ਵਾਹਿਗੁਰੂ ਕਹਿੰਦਾ ਕਿ ਮੈਂ ਕਰੋੜਾਂ ਕਦਮ ਤੇਰੇ ਵੱਲ ਆਉਣ ਨੂੰ ਤਿਆਰ ਆ, ਪਰ ਪਹਿਲ ਤੈਨੂੰ ਕਰਨੀ ਪੈਣੀ ਹੈ। ਜੇ ਤੂੰ ਇੱਕ ਕਦਮ ਮੇਰੇ ਵੱਲ ਆਊਂਗਾ ਤੇ ਮੈਂ ਤੇਰੇ ਵੱਲ ਕਰੋੜਾਂ ਕਦਮ ਆਊਂਗਾ। ਭਾਵ ਸ਼ੁਰੂਆਤ ਕਰਨੀ ਪੈਣੀ ਆ, ਆਤਮਾ ਪਵਿੱਤਰ ਕਰਨੀ ਪੈਣੀ, ਮਨ ਪਵਿੱਤਰ ਕਰਨਾ ਪੈਣਾ। ਤੇ ਜਦੋਂ ਮਨ ਦੇ ਵਿੱਚੋਂ ਪਵਿੱਤਰ ਕਰ ਲਿਆ, ਮਨ ਦੇ ਵਿੱਚੋਂ ਦਵੇਸ਼ ਕੱਢ ਦਿੱਤਾ, ਤਾਂ ਇਹੋ ਹੀ ਸਮਰਪਣ ਭਾਵ ਹੁੰਦਾ, ਇਹੋ ਹੀ ਪਰਮਾਤਮਾ ਵਾਲੇ ਪਾਸੇ ਕਦਮ ਹੁੰਦਾ। ਤੋ ਭਾਈ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਧਾਰਨ ਕਰਨਾ, ਕਮਾਈ ਕਰਨੀ ਆ, ਤੇ ਆਪਣਾ ਜੀਵਨ ਸਫਲਾ ਕਰਨਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।